Hello students, hope you are doing well. So today I am going to discuss about chapter number 4, structure of the atom. So let us start with the introduction part. So, structure of the atom. Introduction. To know about the structure of atom, many scientists has proposed different models. ਹੁਣ ਐਟਮ ਦੀ ਸਟਰਕਚਰ ਨੂੰ ਫਾਈਂਡ ਕਰਨ ਦੇ ਲਈ ਡਿਫਰੈਂਟ ਸਾਇੰਟਿਸਟ ਨੇ ਡਿਫਰੈਂਟ ਮਾਡਲਸ ਸੁਜੈਸਟ ਕੀਤੇ ਕਿ ਐਟਮਸ ਇਸ ਤਰ੍ਹਾਂ ਦਾ ਹੋ ਸਕਦਾ ਹੈ ਐਂਡ ਇਸ ਤਰ੍ਹਾਂ ਉਹਦੇ ਵਿੱਚ ਇਲੈਕਟ੍ਰੋਨਸ ਜਾਂ ਪ੍ਰੋਟੋਨਸ settled ਹੋਣਗੇ. Now let's discuss those models. First one is the Thomson's model of an atom. ਹੁਣ ਥੌਮਸਨਸ ਮਾਡਲ ਦੇ ਵਿੱਚ ਕੀ ਹੁੰਦਾ? ਥੌਮਸਨਸ ਪ੍ਰੋਪੋਜ਼ that atom consist of a positively charged sphere and the electrons are embedded in it. Now ਜਿਸ ਤਰ੍ਹਾਂ ਕਿ ਆਪਾਂ ਵਾਟਰਮੈਲਨ ਦੀ ਐਗਜ਼ਾਮਪਲ ਲੈ ਸਕਦੇ, ਵਾਟਰਮੈਲਨ ਦੇ ਵਿੱਚ ਜਿਸ ਤਰ੍ਹਾਂ ਸੀਡਸ ਐਮਬੈਡਡ ਹੁੰਦੇ ਆ, ਓਕੇ, ਵਾਟਰਮੈਲਨ ਦੇ ਬੀਜ ਜਿਸ ਤਰ੍ਹਾਂ ਵਾਟਰਮੈਲਨ ਦੇ ਵਿੱਚ ਐਮਬੈਡਡ ਹੁੰਦੇ ਪਰ ਡਿਫਰੈਂਟ ਜਗ੍ਹਾ 'ਤੇ, ਉਸੇ ਤਰ੍ਹਾਂ ਥੋਮਸਨ ਨੇ ਕਿਹਾ ਕਿ ਪੋਜ਼ੀਟਿਵਲੀ ਚਾਰਜ ਸਫੀਅਰ ਦੇ ਉੱਪਰ ਐਟਮ ਦੇ ਵਿੱਚ ਉਹਨਾਂ ਦੇ ਉੱਪਰ ਨੈਗੇਟਿਵਲੀ ਚਾਰਜ ਇਲੈਕਟ੍ਰੋਨਸ ਇਸ ਤਰ੍ਹਾਂ ਐਮਬੈਡਡ ਹੁੰਦੇ ਆ, ਓਕੇ ਫਾਈਨ. ਐਂਡ ਨੈਗੇਟਿਵ ਐਂਡ ਪੋਜ਼ੀਟਿਵ ਚਾਰਜਿਸ ਆਰ ਇਕੁਅਲ ਇਨ ਮੈਗਨੀਟਿਊਡ. ਹੁਣ ਜਿੰਨਾ ਪੋਜ਼ੀਟਿਵ ਚਾਰਜ ਹੋਊਗਾ ਇੱਕ ਐਟਮ ਦੇ ਵਿੱਚ, ਥੋਮਸਨ ਨੇ ਕਿਹਾ ਉਨਾ ਹੀ ਨੈਗੇਟਿਵ ਚਾਰਜ ਹੋਊਗਾ. ਸੋ ਇਸ ਕਰਕੇ ਆਪਾਂ ਕਹਿ ਸਕਦੇ ਕਿ ਜਿਹੜਾ ਆਪਣਾ ਐਟਮ ਹੈ ਉਹ ਇਲੈਕਟ੍ਰੀਕਲੀ ਨਿਊਟਰਲ ਹੈ ਕਿਉਂਕਿ ਪੋਜ਼ੀਟਿਵ ਐਂਡ ਨੈਗੇਟਿਵ ਕੈਂਸਲ ਆਊਟ ਈਚ ਅਦਰ. ਨਾਓ ਨੈਕਸਟ, ਰਦਰਫੋਰਡਸ ਮਾਡਲ ਆਫ ਐਨ ਐਟਮ. ਹੁਣ ਰਦਰਫੋਰਡ ਦੇ ਮਾਡਲ ਐਟਮ ਮਾਡਲ ਦੇ ਅਕੋਰਡਿੰਗ ਕੀ ਹੁੰਦਾ ਹੈ? ਐਕਚੁਅਲੀ ਰਦਰਫੋਰਡ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ ਜਿਸ ਵਿੱਚ ਉਸਨੇ ਇੱਕ ਥਿਨ ਗੋਲਡ ਫੋਇਲ ਲਈ ਐਂਡ ਐਲਫਾ ਪਾਰਟੀਕਲਸ ਉਸ ਗੋਲਡ ਫੋਇਲ ਦੇ ਉੱਪਰ ਸਟਰਾਈਕ ਕੀਤੇ, ਓਕੇ. ਹੁਣ ਐਲਫਾ ਪਾਰਟੀਕਲਸ ਜਿਹੜੇ ਹੈ, ਓਕੇ, ਹੁਣ ਕੁਛ ਐਲਫਾ ਪਾਰਟੀਕਲਸ ਤਾਂ ਸਟਰੇਟ ਸਿੱਧੇ ਲੰਘ ਗਏ, ਓਕੇ, ਗੋਲਡ ਫੋਇਲ ਦੇ ਵਿੱਚੋਂ, ਓਕੇ. ਹੁਣ ਕੁਛ ਜਿਹੜੇ ਆ ਐਲਫਾ ਪਾਰਟੀਕਲਸ ਉਹ ਰਿਫਲੈਕਟਡ ਬੈਕ ਹੋਏ, ਓਕੇ. ਕੁਛ ਮਤਲਬ ਲਾਈਕ ਐਟਮ ਦੇ ਵਿੱਚ ਕਿਸੇ ਇੱਕ ਪਰਟੀਕੂਲਰ ਮਾਸ ਦੇ ਵਿੱਚ ਜਾ ਕੇ ਸਟਰਾਈਕ ਕਰਕੇ ਉਹ ਵਾਪਿਸ ਆ ਗਏ. ਹੁਣ ਇਸ ਤੋਂ ਰਦਰਫੋਰਡ ਨੂੰ ਪਤਾ ਚੱਲਿਆ ਕਿ ਐਟਮ ਦੇ ਵਿੱਚ ਇੱਕ ਕੁਛ ਪ੍ਰੋਟੋਨਸ ਤੋਂ ਵੀ ਜ਼ਿਆਦਾ ਹੈਵੀ ਮਾਸ ਹੈ ਜਿਸ ਦੇ ਕਰਕੇ ਐਲਫਾ ਪਾਰਟੀਕਲਸ ਰਿਫਲੈਕਟ ਬੈਕ ਹੋਏ, ਓਕੇ. ਐਂਡ ਮਤਲਬ ਕੁਛ ਐਂਗਲ 'ਤੇ ਰਿਫਲੈਕਸ਼ਨ ਹੋਈ ਐਲਫਾ ਪਾਰਟੀਕਲਸ ਦੀ. ਨਾਓ most of the alpha particles pass straight through the gold foil and some of the alpha particles were deflected by the foil by some angles, okay. Very small fraction of alpha particles were deflected by 180 degree, okay, which show that all positive charge and mass of an gold atom were concentrated in a very small volume within atom. So उन्होंने क्या कि एटम दे विच, ओके, ਇੱਕ ਪੋਜ਼ੀਟਿਵਲੀ ਚਾਰਜਡ ਸੈਂਟਰ ਹੈ, ਓਕੇ, ਜਿਸ ਨੂੰ ਬਾਅਦ ਵਿੱਚ ਨਿਊਕਲੀਅਸ ਦਾ ਨਾਮ ਦਿੱਤਾ ਗਿਆ, ਓਕੇ. ਐਂਡ ਇਲੈਕਟ੍ਰੋਨਸ ਜਿਹੜੇ ਆ ਰਦਰਫੋਰਡ ਨੇ ਕਿਹਾ ਉਹ ਨਿਊਕਲੀਅਸ ਦੇ ਆਲੇ ਦੁਆਲੇ, ਓਕੇ, ਸਰਕੂਲਰ ਪਾਥ ਦੇ ਵਿੱਚ ਰਿਵੋਲਵ ਕਰਦੇ ਆ. ਹੁਣ ਇਸ ਮਾਡਲ ਦੀ ਡਰਾਬੈਕ ਕੀ ਸੀ, ਓਕੇ, ਕਿਸ ਕਰਕੇ ਸਕਸੈਸਫੁਲ ਨਹੀਂ ਹੋ ਸਕਿਆ? ਕਿਉਂਕਿ ਰਦਰਫੋਰਡ ਨੇ ਕਿਹਾ ਕਿ ਇਲੈਕਟ੍ਰੋਨਸ ਜਿਹੜੇ ਆ ਉਹ ਸਰਕੂਲਰ ਪਾਥ ਦੇ ਵਿੱਚ ਨਿਊਕਲੀਅਸ ਦੇ ਆਸ-ਪਾਸ ਰਿਵੋਲਵ ਕਰਦੇ, ਬਟ ਅਗਰ ਇਲੈਕਟ੍ਰੋਨਸ ਰਿਵੋਲਵ ਕਰੂਗੇ, ਕੋਈ ਚੀਜ਼ ਰਿਵੋਲਵ ਕਰਦੀ, ਦੈਨ ਓਬਵੀਅਸਲੀ ਉਸ ਚੀਜ਼ ਨੂੰ ਐਨਰਜੀ ਚਾਹੀਦੀ ਹੁੰਦੀ, ਠੀਕ ਹੈ. ਹੁਣ ਇਸ ਤਰ੍ਹਾਂ ਅਗਰ ਇਲੈਕਟ੍ਰੋਨ ਐਟਮ ਦੇ ਵਿੱਚ, ਓਕੇ, ਨਿਊਕਲੀਅਸ ਦੇ ਆਲੇ ਦੁਆਲੇ ਰਿਵੋਲਵ ਕਰ ਰਹੇ ਤਾਂ ਐਟਮ ਨੇ ਤਾਂ ਇਲੈਕਟ੍ਰੋਨਸ ਨੇ ਤਾਂ ਆਪਣੀ ਪੂਰੀ ਐਨਰਜੀ ਗਵਾ ਦੇਣੀ, ਓਕੇ, ਐਂਡ ਹਾਈਲੀ ਅਨਸਟੇਬਲ ਹੋ ਜਾਣਾ. ਅਗਰ ਇਸ ਤਰ੍ਹਾਂ ਹੁੰਦਾ ਤਾਂ ਆਪਣੇ ਆਲੇ ਦੁਆਲੇ ਜਿੰਨੇ ਵੀ ਮੈਟਰ, ਜਿੰਨੀਆਂ ਵੀ ਚੀਜ਼ਾਂ ਐਗਜ਼ਿਸਟ ਕਰਦੀਆਂ ਉਹ ਕਰਨ ਹੀ ਨਾ, ਬਿਕੋਜ਼ ਐਟਮ ਤਾਂ ਫਿਰ ਸਟੇਬਲ ਹੀ ਨਹੀਂ ਹੈਗਾ. ਸੋ ਇਸ ਕਰਕੇ ਇਹ ਮਾਡਲ ਇੰਨਾ ਸਕਸੈਸਫੁਲ ਨਹੀਂ ਰਿਹਾ. ਨਾਓ ਨੈਕਸਟ, ਬੋਰਸ ਮਾਡਲ ਆਫ ਐਨ ਐਟਮ. ਹੁਣ ਬੋਰਸ ਨੇ ਕੀ ਕਿਹਾ ਸੀ? ਬੋਰਸ ਸਾਇੰਟਿਸਟ ਹੈ, ਓਕੇ. ਉਸਨੇ ਹੁਣ ਰਦਰਫੋਰਡ ਦੇ ਡਰਾਬੈਕ ਨੂੰ ਦੂਰ ਕਰਨ ਲਈ ਇੱਕ ਸੁਜੈਸ਼ਨ ਦਿੱਤਾ, ਓਕੇ. ਉਸਨੇ ਕਿਹਾ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਰਿਵੋਲਵ ਐਟਮ ਦੇ ਨਿਊਕਲੀਅਸ ਦੇ ਆਲੇ ਦੁਆਲੇ ਰਿਵੋਲਵ ਨਹੀਂ ਕਰਦੇ ਐਂਡ ਨਾ ਹੀ ਉਹ ਆਪਣੀ ਐਨਰਜੀ ਗਵਾਉਂਦੇ. ਐਕਚੁਅਲੀ ਓਨਲੀ ਸਰਟਨ ਔਰਬਿਟਸ ਨੋਨ ਐਜ਼ ਡਿਸਕ੍ਰੀਟ ਔਰਬਿਟਸ ਆਫ ਇਲੈਕਟ੍ਰੋਨਸ ਆਰ ਅਲਾਉਡ ਇਨਸਾਈਡ ਐਟਮ. ਉਸਨੇ ਕਿਹਾ ਕਿ ਐਟਮ ਦੇ ਅੰਦਰ ਜਿਹੜੇ ਇਲੈਕਟ੍ਰੋਨਸ ਨੇ ਉਹ ਆਪਣੇ ਇੱਕ ਪਰਟੀਕੂਲਰ ਐਨਰਜੀ ਲੈਵਲ 'ਤੇ, ਜਿਸ ਨੂੰ ਆਪਾਂ ਔਰਬਿਟ ਵੀ ਕਹਿੰਦੇ, ਉਹਦੇ ਵਿੱਚ ਰਿਵੋਲਵ ਕਰਦੇ, ਐਂਡ ਜਦੋਂ ਰਿਵੋਲਵ ਕਰਦੇ ਉਹ ਕੋਈ ਐਨਰਜੀ ਰੇਡੀਏਟ ਨਹੀਂ ਕਰਦੇ, ਓਕੇ.
these orbits or these shells are called energy levels. For example, n is equal to 1, okay, and जिथे show ਕੀਤਾ diagram ਦੇ ਵਿੱਚ n is equal to 2 second shell and n is equal to 3, okay, and these blue dots are electrons, okay, they are evolving in their particular orbit. Now next, what is nuclear, what are neutrons? Neutrons ਕੀ ਹੁੰਦੇ ਆ? ਹੁਣ ਚੈਡਵਿਕ ਨੇ ਡਿਸਕਵਰ ਕੀਤੇ ਸੀ ਕਿ ਸਬ ਐਟੋਮਿਕ ਪਾਰਟੀਕਲਸ ਜਿਨ੍ਹਾਂ ਉੱਤੇ ਕੋਈ ਚਾਰਜ ਨਹੀਂ ਹੁੰਦਾ, ਇਹਨਾਂ ਨੂੰ ਨਿਊਟਰੋਨਸ ਕਹਿੰਦੇ, ਐਂਡ ਇਹ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ, ਓਕੇ। ਜਿਹੜੇ ਨਿਊਟਰੋਨਸ ਨੇ ਉਹ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਨਾਓ what is valency? Now, number of electrons shared, gained or lost so as to make the octet of the electrons in the outermost shell tells us about the combining capacity of the element. ਹੁਣ ਕਿਸੇ ਇਲੈਕਟ੍ਰੋਨ ਕਿੰਨੇ ਨੰਬਰ ਆਫ ਇਲੈਕਟ੍ਰੋਨਸ ਸ਼ੇਅਰ ਕੀਤੇ ਆ ਕਿਸੇ ਐਟਮ ਨੇ, ਓਕੇ, ਕਿਸੇ ਐਲੀਮੈਂਟ ਨੇ, ਜਾਂ ਕਿੰਨੇ ਲੌਸ ਕੀਤੇ ਆ, ਓਕੇ, ਤਾਂ ਕਿ ਉਹ ਆਪਣਾ ਆਕਟੇਟ ਕੰਪਲੀਟ ਕਰ ਸਕੇ। ਉਸ ਤੋਂ ਆਪਾਂ ਨੂੰ ਉਸਦੀ ਕੰਬਾਈਨਿੰਗ ਕਪੈਸਿਟੀ ਦਾ ਪਤਾ ਲੱਗਦਾ, ਠੀਕ ਹੈ, ਕਿਸੇ ਵੀ ਐਲੀਮੈਂਟ ਦੀ, ਐਂਡ ਉਸਨੂੰ ਆਪਾਂ ਵੈਲੈਂਸੀ ਕਹਿੰਦੇ ਆ, ਓਕੇ। ਕੰਬਾਈਨਿੰਗ ਕੈਪੈਸਿਟੀ ਆਫ ਦ ਐਲੀਮੈਂਟ ਇਜ਼ ਦ ਵੈਲੈਂਸੀ। Now next, atomic number. What is the atomic number? The number of positive charges or protons in the nucleus of an atom of a given element is called atomic number. ਹੁਣ atomic number means ਕਿੰਨੇ number of protons ਨੇ ਕਿਸੇ ਵੀ atom ਦੇ ਵਿੱਚ। ਹੁਣ ਇਸ ਨੂੰ denoted ਕੀਤਾ ਜਾਂਦਾ Z ਦੇ ਨਾਲ। Z is the symbol of atomic number. For example, for carbon, atomic number is 6. Means 6 number of protons. ਹੁਣ ਜਿੰਨੇ protons ਹੁੰਦੇ ਨੇ ਉਨੇ ਹੀ electrons ਹੁੰਦੇ ਨੇ, okay, fine. If carbon has 6 protons, then it also has 6 electrons. Now next, mass number, the total number of protons and neutrons in the nucleus of an atom. ਕਿਸੇ ਐਟਮ ਦੇ ਵਿੱਚ ਕਿੰਨੇ ਟੋਟਲ ਨੰਬਰ ਆਫ ਪ੍ਰੋਟੋਨਸ ਐਂਡ ਨਿਊਟਰੋਨਸ ਹੁੰਦੇ ਨੇ ਉਸਨੂੰ ਮਾਸ ਨੰਬਰ ਕਹਿੰਦੇ। ਫॉर एग्जांपल, ਨਾਈਟ੍ਰੋਜਨ ਹੈ, ਓਕੇ, ਨਾਈਟ੍ਰੋਜਨ ਦੇ ਕੋਲ 7 ਪ੍ਰੋਟੋਨਸ ਹੁੰਦੇ ਆ, ਓਕੇ, ਮੀਨਸ ਐਟੋਮਿਕ ਨੰਬਰ 7, ਐਂਡ 7 ਹੀ ਨਿਊਟਰੋਨਸ ਹੁੰਦੇ ਆ, ਓਕੇ, ਇਸ ਦੇ ਨਿਊਕਲੀਅਸ ਦੇ ਵਿੱਚ। ਸੋ ਇਹਦਾ ਮਾਸ ਨੰਬਰ ਹੁੰਦਾ ਹੈ 14, 7 + 7 = 14। ਨਾਓ ਨੈਕਸਟ, ਆਈਸੋਟੋਪਸ। ਆਈਸੋਟੋਪਸ ਕੀ ਹੁੰਦੇ ਆ? It is defined as the species having same atomic number but different at mass number. ਹੁਣ ਆਈਸੋਟੋਪਸ ਉਹ ਐਲੀਮੈਂਟਸ ਲਾਈਕ ਵੀ ਕੈਨ ਸੇ ਹੁੰਦੇ ਆ ਜਿਨ੍ਹਾਂ ਦਾ ਐਟੋਮਿਕ ਨੰਬਰ ਸੇਮ ਹੁੰਦਾ ਬਟ ਮਾਸ ਨੰਬਰ ਡਿਫਰੈਂਟ ਹੁੰਦਾ। ਆਪਾਂ ਹਾਈਡਰੋਜਨ ਦੀ ਐਗਜ਼ਾਮਪਲ ਲੈ ਸਕਦੇ ਹਾਂ। ਹਾਈਡਰੋਜਨ ਹੈਜ਼ 1H 2H 3H, ਓਕੇ। ਹਾਈਡਰੋਜਨ ਦੇ ਆਈਸੋਟੋਪਸ ਹੁੰਦੇ ਪ੍ਰੋਟੀਅਮ, ਡਿਊਟੀਰੀਅਮ ਐਂਡ ਟ੍ਰੀਟੀਅਮ। ਐਟੋਮਿਕ ਨੰਬਰ ਸੇਮ ਰਹਿੰਦਾ ਹੈ 1 ਬਟ ਮਾਸ ਨੰਬਰ ਇਹਦੇ ਵਿੱਚ ਡਿਫਰੈਂਟ ਹੁੰਦਾ ਹੈ, ਠੀਕ ਹੈ। ਨਾਓ ਨੈਕਸਟ, ਆਈਸੋਬਾਰਸ। The species having same mass number but different atomic number are known as isobars. ਹੁਣ isobars ਉਹਨਾਂ ਆਪਾਂ ਐਲੀਮੈਂਟਸ ਨੂੰ ਕਹਿ ਸਕਦੇ ਹਾਂ, ਠੀਕ ਹੈ, ਜਿਨ੍ਹਾਂ ਦੇ ਵਿੱਚ ਸੇਮ ਮਾਸ ਨੰਬਰ ਰਹਿੰਦਾ ਹੈ ਪਰ ਐਟੋਮਿਕ ਨੰਬਰ ਡਿਫਰੈਂਟ ਹੁੰਦਾ ਹੈ। ਫॉर एग्जांपल, ਕੈਲਸ਼ੀਅਮ ਐਂਡ ਆਰਗਨ। ਕੈਲਸ਼ੀਅਮ ਦਾ ਐਟੋਮਿਕ ਨੰਬਰ ਕੀ ਹੈ 20 ਐਂਡ ਆਰਗਨ ਦਾ 18, okay, but mass number of these elements is 40, okay, but mass number ਦੋਨਾਂ ਦਾ ਕੀ ਰਹਿੰਦਾ ਹੈ 40, okay, so these are isobars. Thank you very much. Students, I hope you will understand this topic well. So if you have any doubts, you can ask me. Thank you very much. All the best.